सतनाम। श्री वाहेगुरु साहिब जी। तेरे कवन कवन गुण कह कह गावां, तू साहिब गुणी निधाना। तुमरी महिमा वरन ना साकों, तू ठाकुर ऊच भगवाना। चरण शरण गुर एक पैंडा जाए चल, सतगुर कोट पैंडा आगे होए लेत है। एक बार सतगुर मंत्र सिमरन मात्र, सिमरन ताहे बारंबार गुर हित है। पावनी भगत पाए कौडी अगर भाग राखै, ताहे गुर सरब निधान दान देत है। सतगुर दया निध महिमा अगाध बोध, नमो 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 नेत 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 है। परम ज्ञान दे मालक धन धन सतगुरु साहिब श्री गुरु ग्रंथ साहिब महाराज जियां दी पावन पवित्र चरण शरण अंदर जुड़ बैठी गुरु रूप गुरु प्यारी साध संगत जी, वडभागी हो जो अमृत वेले दे दीवाना अंदर दसवें पातशाह श्री गुरु गोबिंद सिंह महाराज जियां दे पावन पवित्र अस्थान गुरुद्वारा मोती बाग साहब जी दियां हाज़रियां भरन दे लई, सत संगत करन दे लई दीवाना अंदर हाज़र होए हो। सो परमात्मा ने मनुख नूं ये जीवन बख्शिया है। इस जीवन अंदर अनेकां प्रकार दे सुख साधन परमात्मा ने सानूं दिते हन। दुनिया दी माया भी परमात्मा ने बनाई है। तमाम सृष्टि की रचना वाहिगुरु परमात्मा ने कीती। सारे ब्रह्मांड अंदर सारे संसार अंदर उस अकाल पुरख परमात्मा का ही हुक्म वरतिया करता है। सतगुरां दी पावन बाणी नूं पढ़ीए, ਜਿਹਦੇ ਤੋਂ ਸਾਨੂੰ ਇਹ ਸੇਧ ਪ੍ਰਾਪਤ ਹੁੰਦੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉਚਾਰਦੇ ਹਨ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ। ਸਾਰਾ ਬ੍ਰਹਿਮੰਡ ਸਾਰੇ ਜੀਵ ਜੰਤੂ ਉਸ ਇੱਕ ਪ੍ਰਮਾਤਮਾ ਦੇ ਹੁਕਮ ਅੰਦਰ ਹਨ। राती रुती थिती वार पौण पानी अग्नि पाताल, तिस विच धरती थाप रखी धर्मसाल। दिन भी परमात्मा दे हुक्म विच है, रात भी परमात्मा दे हुक्म विच है। सूरज चंद्रमा तारे ब्रह्मांड नदियां नाले मनुख जीव जंतु रब दे हुक्म अंदर। मनुख ने संसार अंदर अनेकां पदार्थां उत्ते
ਆਪਣੀ ਮਾਲਕੀਅਤ ਬਣਾਈ ਹੋਈ ਹੈ। ਅਨੇਕਾਂ ਪਦਾਰਥਾਂ ਨੂੰ ਮਨੁੱਖ ਜ਼ਿੰਦਗੀ ਵਿੱਚ ਆਪਣਾ ਜਾਣਦਾ ਹੈ, ਪਰ ਰੱਬ ਨੇ, ਪ੍ਰਮਾਤਮਾ ਨੇ ਮਨੁੱਖ ਨੂੰ ਜੀਵਨ ਦਿੱਤਾ ਕੇਵਲ ਅਕਾਲ ਪੁਰਖ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਲਈ। ਸਿਮਰਨ ਕਰਨ ਦੇ ਲਈ, ਸਤਨਾਮ ਦਾ ਜਾਪ ਜਪਣ ਦੇ ਲਈ, ਨਾਨਕ ਨਿਰੰਕਾਰੀ ਦੀ ਬਾਣੀ ਪੜ੍ਹਨ ਦੇ ਲਈ ਸਾਨੂੰ ਇਹ ਜੀਵਨ ਪ੍ਰਾਪਤ ਹੋਇਆ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਬਹੁਤ ਲੰਮੇ ਸਮੇਂ ਬਾਅਦ ਇਹ ਜੀਵਨ ਪ੍ਰਾਪਤ ਹੋਇਆ ਹੈ, ਪਰ ਇਹ ਜੀਵਨ ਸਫਲ ਹੋਵੇਗਾ ਪ੍ਰਮਾਤਮਾ ਦਾ ਸਿਮਰਨ ਕੀਤੇ, ਜੀਵਨ ਸਫਲ ਹੋਵੇਗਾ ਸਤ ਸੰਗਤ ਕੀਤਿਆਂ, ਜੀਵਨ ਸਫਲ ਹੋਵੇਗਾ ਗੋਬਿੰਦ ਦਾ ਨਾਮ ਜਪਿਆ। ਇਸ ਵਾਸਤੇ ਪ੍ਰਮਾਤਮਾ ਨੇ ਸਾਨੂੰ ਸੰਸਾਰ ਅੰਦਰ ਭੇਜਿਆ ਹੈ ਚੰਗੇ ਕਰਮ ਕਰਨ ਦੇ ਲਈ। ਪ੍ਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ ਪਰ ਉਪਕਾਰ ਕਰਨ ਦੇ ਲਈ। ਪ੍ਰਮਾਤਮਾ ਨੇ ਜੇ ਇਹ ਮਾਨਸ ਦੇਹੀ ਦਿੱਤੀ ਹੈ ਚੰਗੇ ਕਰਮ ਕਰਨ ਦੇ ਲਈ, ਸੇਵਾ ਕਰਨ ਦੇ ਲਈ, ਕਿਉਂਕਿ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ। ਇਸ ਜੀਵਨ ਅੰਦਰ ਜਿਹੜੇ ਮਨੁੱਖ ਚੰਗੇ ਕਰਮ ਕਰਦੇ ਹਨ ਪਰ ਉਪਕਾਰ ਕਰਨ, ਸੇਵਾ ਕਰਨ, ਉਹਨਾਂ ਦਾ ਇਸ ਸੰਸਾਰ ਅੰਦਰ, ਇਸ ਲੋਕ ਅੰਦਰ ਤੇ ਪਰਲੋਕ ਵਿੱਚ ਵੀ ਮੁਖ ਉਜਲਾ ਹੁੰਦਾ ਹੈ। ਸਰੀਰ ਉੱਤੇ ਅਨੇਕਾਂ ਦੁੱਖ ਹੋਣ, ਅਨੇਕਾਂ ਦੁੱਖਾਂ ਦਾ ਵੀ ਨਾਸ਼ ਹੋ ਜਾਂਦਾ ਹੈ ਗੁਰੂ ਦੀ ਸੇਵਾ ਕੀਤਿਆਂ, ਗੁਰੂ ਦਾ ਸਿਮਰਨ ਕੀਤਿਆਂ, ਸਤਨਾਮ ਦਾ ਜਾਪ ਕੀਤਿਆਂ ਅਨੇਕਾਂ ਦੁੱਖ ਕੱਟੇ ਜਾਂਦੇ। ਸਤਿਕਾਰਯੋਗ ਭਾਈ ਸਾਹਿਬ ਜੀ ਹੋਣਾ ਨੇ ਜੋ ਪਾਵਨ ਸ਼੍ਰੀ ਮੁਖ ਵਾਕ ਸ਼ਰਵਣ ਕਰਵਾਇਆ ਹੈ, ਇਸ ਸ਼ਬਦ ਦੇ ਅੰਦਰ ਵੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਹਨ ਕਿ ਇਹ ਜੀਵ ਜਦੋਂ ਤੱਕ ਗੁਰੂ ਦੀ ਪ੍ਰਸੰਨਤਾ, ਜਦੋਂ ਤੱਕ ਗੁਰੂ ਦਾ ਗਿਆਨ, ਜਦੋਂ ਤੱਕ ਗੁਰੂ ਦੀ ਦਿਆਲਤਾ, ਜਦੋਂ ਤੱਕ ਪੂਰੇ ਸਤਿਗੁਰੂ ਦੀ ਰਹਿਮਤ ਨਾ ਵਰਤੇ, ਤੇਰਾ ਇਹ ਮਨੁੱਖਾ ਜੀਵਨ ਅਨੇਕਾਂ ਦੁੱਖਾਂ ਦੇ ਵਿੱਚ ਘਿਰਿਆ ਹੋਵੇਗਾ। ਇਸ ਸ਼ਬਦ ਦੇ ਅੰਦਰ ਸਾਨੂੰ ਪਾਤਸ਼ਾਹ ਜੀ ਸਮਝਾਉਂਦੇ ਹਨ, ਸਰੀਰ ਉਤੇ ਦੁੱਖ ਆਉਣ ਦਾ ਕਾਰਨ ਕੀ ਹੈ, ਕਿਸ ਕਾਰਨ ਕਰਕੇ ਸਰੀਰ ਦੁੱਖਾਂ ਦੇ ਨਾਲ ਘਿਰਿਆ ਹੋਇਆ ਹੈ, ਤੇ ਇਹ ਦੁੱਖ ਕਿਹੜੇ ਸਾਧਨ ਨਾਲ ਖਤਮ ਹੋਣਗੇ, ਨਿਰਵਿਰਤ ਹੋਣਗੇ, ਉਹ ਸਾਧਨ ਕਿਹੜਾ ਹੈ, ਉਹ ਜੁਗਤੀ ਕਿਹੜੀ ਹੈ, ਉਹ ਤਰੀਕਾ ਕਿਹੜਾ ਹੈ। ਸੋ ਪਾਤਸ਼ਾਹ ਜੀ ਕਿਰਪਾ ਕਰਕੇ ਸ਼ਬਦ ਦੇ ਅੰਦਰ ਸਾਨੂੰ ਸਮਝਾਉਣਾ ਕਰਦੇ ਹਨ। ਆਓ ਸਭ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਇਕਾਗਰ ਚਿਤ ਕਰਨ ਲਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਗੁਰ ਪੂਰੇ ਜਬ ਭਏ ਦਇਆਲ, ਦੁਖ ਬਿਨ ਸੇ ਪੂਰਨ ਭਈ ਕਾਲ। ਇਹ ਸ਼ਬਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅੰਗ 643 ਉੱਤੇ ਸੂਹੀ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼੍ਰੀ ਮੁਖ ਵਾਕ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਮਨੁੱਖ ਨੂੰ ਇਹ ਸੇਧ ਦਿੰਦੇ ਹਨ, ਇਹ ਗੱਲ ਸਮਝਾਉਂਦੇ ਹਨ ਵੀ ਹੇ ਭਾਈ, ਜਦੋਂ ਪੂਰੇ ਸਤਿਗੁਰੂ ਦੀ ਰਹਿਮਤ ਵਰਤੇ, ਪੂਰੇ ਸਤਿਗੁਰੂ ਦਾ ਗਿਆਨ ਤੇਰੇ ਹਿਰਦੇ ਅੰਦਰ ਆਵੇ, ਜਿਸ ਵਕਤ ਪੂਰੇ ਸਤਿਗੁਰੂ ਦੀ ਦਿਆਲਤਾ ਹੋਵੇ,
तेरे शरीर उत्ते तेरे मन उत्ते अनेकां दुख होण, ਉਹ ਦੁੱਖ ਖਤਮ ਹੋ ਜਾਂਦੇ ਹਨ। ਮਨ ਵਿੱਚ ਸ਼ੰਕਾ ਹੋਵੇਗੀ, ਮਨ ਵਿੱਚ ਵਿਚਾਰ ਚੱਲੇਗੀ ਵੀ ਸੱਚੇ ਪਾਤਸ਼ਾਹ ਜੀਓ, ਮਾਨਸਿਕ ਤਲ ਉੱਤੇ ਸਰੀਰ ਉੱਤੇ ਜਿਹੜੇ ਦੁੱਖ ਹਾਵੀ ਹੁੰਦੇ ਹਨ, ਇਹਨਾਂ ਦੁੱਖਾਂ ਦਾ ਕਾਰਨ ਕੀ ਹੈ, ਕਿਸ ਤੋਂ ਦੁੱਖ ਬਣਦੇ ਹਨ, ਇਹ ਦੁੱਖ ਕਿਸ ਤੋਂ ਜਨਮ ਲੈਂਦੇ ਹਨ। ਸੱਚੇ ਪਾਤਸ਼ਾਹ ਜੀਓ ਇਹ ਗੱਲ ਸਾਨੂੰ ਸਮਝਾਉਣਾ ਕਰੋ। ਸੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਨੂੰ ਇਸ ਗੱਲ ਦਾ ਵੀ ਉੱਤਰ ਦਿੰਦੀ ਹੈ। ਸਤਿਗੁਰਾਂ ਦੀ ਬਾਣੀ ਦੇ ਬਚਨ ਹਨ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵੇ ਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਪਿਆਰਿਆ, ਇੱਕ ਪਰਮੇਸ਼ਰ ਨੂੰ, ਪ੍ਰਮਾਤਮਾ ਨੂੰ ਭੁੱਲਣ ਕਰਕੇ ਹੀ ਤੇਰਾ ਜੀਵਨ ਦੁੱਖਾਂ ਦੇ ਵਿੱਚ ਘਿਰਿਆ ਹੋਇਆ। ਰੱਬ ਨੇ ਤਾਂ ਤੈਨੂੰ ਸੰਸਾਰ ਵਿੱਚ ਭੇਜਿਆ ਸਿਮਰਨ ਕਰਨ ਦੇ ਲਈ, ਨਾਮ ਜਪਣ ਦੇ ਲਈ, ਸੇਵਾ ਕਰਨ ਦੇ ਲਈ, ਚੰਗੇ ਕਰਮ ਕਰਨ ਦੇ ਲਈ, ਪਰ ਇਸ ਜੀਵਨ ਦੇ ਅੰਦਰ ਤੂੰ ਰੱਬ ਨੂੰ ਵਿਸਾਰ ਦਿੱਤਾ। ਜਿਸ ਮਾਲਕ ਨੇ ਮਾਤਾ ਦੇ ਸ਼ਿਕਮੇ ਅੰਦਰ, ਜਿਸ ਪ੍ਰਮਾਤਮਾ ਨੇ ਤੇਰੀ ਰੱਖਿਆ ਕੀਤੀ, ਤੂੰ ਉਸ ਮਾਲਕ ਨੂੰ ਵਿਸਾਰ ਦਿੱਤਾ। ਪ੍ਰਮਾਤਮਾ ਨੂੰ ਤੂੰ ਭੁੱਲ ਗਇਓ, ਤਾਂ ਹੀ ਤੇਰੇ ਸਰੀਰ ਉੱਤੇ, ਮਾਨਸਿਕ ਤਲ ਉੱਤੇ ਅਨੇਕਾਂ ਦੁੱਖ ਤੈਨੂੰ ਲੱਗੇ ਹੋਏ ਹਨ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵੇ ਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਹੇ ਭਾਈ, ਜਿਹੜੇ ਸੰਸਾਰ ਦੇ ਪਦਾਰਥਾਂ ਦੇ ਨਾਲ ਤੂੰ ਆਪਣੇ ਮਨ ਨੂੰ ਜੋੜਿਆ ਹੋਇਆ ਹੈ, ਜਿਨ੍ਹਾਂ ਪਦਾਰਥਾਂ ਦੇ ਨਾਲ ਤੇਰੇ ਮਨ ਦਾ ਸਨੇਹ ਹੈ, ਪਿਆਰਿਆ, ਜਿਹੜੇ ਪਦਾਰਥ, ਦੁਨੀਆ ਦੇ ਪਦਾਰਥ ਤੈਨੂੰ ਪਿਆਰੇ ਲੱਗਦੇ ਹਨ, ਉਹ ਪਦਾਰਥ ਦੁਨੀਆ ਵਿੱਚ ਹੀ ਰਹਿ ਜਾਣੇ, ਉਹ ਪਦਾਰਥ ਖਤਮ ਹੋ ਜਾਣੇ ਹਨ। ਸੰਸਾਰ ਦੇ ਹੀ ਉਹ ਪਦਾਰਥ ਹਨ, ਤੇਰੇ ਨਾਲ ਨਹੀਂ ਜਾਣੇ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ, ਮਨ ਰੇ ਕੌਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, RAM ਭਗਤ ਨੈ ਕੀਨੀ, ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕੋ ਧਾਇਆ, ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਹੇ ਮੇਰੇ ਮਨ, ਤੂੰ ਕਿਹੜੀ ਅਗਿਆਨਤਾ ਵਾਲੀ ਮਤ ਦੇ ਵਿੱਚ ਫਸਿਆ ਹੋਇਆ ਹੈ, ਕਿਹੜੇ ਦੁਨੀਆ ਦੇ ਕਿਹੜੇ ਪਦਾਰਥਾਂ ਦੇ ਨਾਲ ਤੂੰ ਆਪਣੇ ਮਨ ਨੂੰ ਜੋੜਿਆ ਹੋਇਆ ਹੈ। ਮਨ ਰੇ ਕੌਣ ਕੁਮਤ ਤੈ ਲੀਨੀ, ਪਰਾਈ ਇਸਤਰੀ, ਪਰਾਈ ਨਿੰਦਿਆ ਚੁਗਲੀ ਦੇ ਨਾਲ ਤੇਰਾ ਇਹ ਮਨ ਭਰਿਆ ਹੋਇਆ। ਪਰਦਾਰਾ ਨਿੰਦਿਆ ਰਸ ਰਚਿਓ, RAM ਭਗਤ ਨੈ ਕੀਨੀ। ਦੁਨੀਆ ਦੇ ਪਦਾਰਥਾਂ ਦਾ ਜਿਹੜਾ ਰਸ ਹੈ, ਉਹਦੇ ਨਾਲ ਤੂੰ ਲੱਗਾ ਹੋਇਆ ਹੈ, ਪਰ ਹਰੀ ਦੀ, ਪ੍ਰਮਾਤਮਾ ਦੀ ਤੂੰ ਭਗਤੀ ਨਹੀਂ ਕੀਤੀ। ਰੱਬ ਦਾ ਸਿਮਰਨ ਕਰਨ ਦੇ ਲਈ ਤੂੰ ਸੰਸਾਰ ਉੱਤੇ ਆਇਆ ਸੀ, ਪਰ ਰੱਬ ਨੂੰ ਤੂੰ ਮਨ ਵਿੱਚੋਂ ਵਿਸਾਰ ਦਿੱਤਾ। ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕੋ ਧਾਇਆ, ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨੈ ਉਪਜਿਓ ਕਛ ਗਿਆਨਾ, ਘਟ ਹੀ ਮਾਹੇ ਨਿਰੰਜਨ, ਤੇਰਾ ਤੈ ਖੋਜਤ ਉਦਿਆਨ। ਬਹੁਤ ਜਨਮ ਭਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ, ਮਾਨਸ ਦੇ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਪਿਆਰਿਆ, ਸੰਸਾਰ ਉੱਤੇ ਆਇਆ ਹੈ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਲਈ, ਮਨ ਵਿੱਚੋਂ ਪ੍ਰਮਾਤਮਾ ਨੂੰ ਵਿਸਾਰ ਦਿੱਤਾ, ਦੁਨੀਆ ਨੂੰ ਚੇਤਾ ਕਰ ਲਿਆ, ਸਰੀਰ ਉੱਤੇ ਅਨੇਕਾਂ ਦੁੱਖ ਆ ਲੱਗੇ। ਇਹਨਾਂ ਦੁੱਖਾਂ ਦਾ ਕਾਰਨ ਕੇਵਲ ਇਹ ਹੈ, ਰੱਬ ਨੂੰ ਭੁੱਲ ਜਾਣਾ। ਦੁੱਖਾਂ ਦਾ ਕਾਰਨ
ਅਗਿਆਨ ਹੈ, ਅਗਿਆਨ ਤੋਂ ਦੁੱਖ ਪੈਦਾ ਹੁੰਦੇ ਹਨ। ਅਗਿਆਨ ਕਾਰਨ ਹੀ ਮਨੁੱਖ ਪੁੱਤਰਾਂ ਨੂੰ ਆਪਣਾ ਜਾਣਦਾ ਹੈ। ਅਗਿਆਨ ਕਾਰਨ ਮਨੁੱਖ ਦੁਨੀਆ ਨੂੰ ਆਪਣਾ ਸਮਝਦਾ ਹੈ। ਅਗਿਆਨਤਾ ਦੇ ਕਾਰਨ ਮਨੁੱਖ ਮਾਇਆ ਨੂੰ ਆਪਣਾ ਜਾਣਦਾ ਹੈ। ਪਰ ਸਾਹਿਬ ਸੱਚਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਮਝਾਉਣਾ ਕਰਦੇ ਹਨ ਵੀ ਭਾਈ, ਦੁਨੀਆ ਦੇ ਜਿਨ੍ਹਾਂ ਪਦਾਰਥਾਂ ਨੂੰ ਤੂੰ ਆਪਣਾ ਜਾਣਦਾ ਹੈ, ਆਪਣਾ ਸਮਝਦਾ ਹੈ, ਉਹ ਪਦਾਰਥ ਤੇਰੇ ਕਿਸੇ ਕੰਮ ਨਹੀਂ ਆਉਣੇ। ਮਾਤੇ ਮਤੰਗ ਜਾਰੇ ਜਾਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ। ਕੋਟ ਤੁਰੰਗ ਕੁਰੰਗ ਸੇ ਕੂਦਤ, ਪੌਨ ਕੇ ਕੌਨ ਕੋ ਜਾਤ ਨਿਵਾਰੇ। ਭਾਰੀ ਪੂਜਨ ਕੇ ਭੂਪ ਭਲੀ ਬੇਦ, ਨਿਆਵਤ ਸੀਸ ਨਾ ਜਾਤ ਵਿਚਾਰੇ। ਇਤੇ ਭਏ ਤੋ ਕਾਂਪੈ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਪਿਆਰਿਆ, ਦੁਨੀਆ ਵਿੱਚ ਜਿਹੜੇ ਵੱਡੇ ਵੱਡੇ ਬਾਦਸ਼ਾਹ ਹੋਏ, ਜਿਨ੍ਹਾਂ ਕੋਲ ਹਵਾ ਦੇ ਵੇਗ ਤੋਂ ਤਿੱਖੇ ਚੱਲਣ ਵਾਲੇ ਹਾਥੀ, ਹਵਾ ਦੇ ਵੇਗ ਤੋਂ ਤਿੱਖੇ ਚੱਲਣ ਵਾਲੇ ਘੋੜੇ, ਸਾਜੋ ਸਮਾਨ ਸੋਨਾ ਚਾਂਦੀ ਜਿਨ੍ਹਾਂ ਰਾਜਿਆਂ ਕੋਲ ਸੀ, ਉਹ ਰਾਜੇ ਇੱਕ ਦਿਨ ਸੰਸਾਰ ਤੋਂ ਚਲੇ ਗਏ। ਸਿਕੰਦਰੇ ਆਜ਼ਮ ਨੇ ਆਪਣੇ ਮਰਨ ਸਮੇਂ ਇਹ ਵਸੀਅਤ ਕਰ ਦਿੱਤੀ, ਵਕਤੇ ਰਹਿਲਤ ਜਬ ਜਹਾਂ ਸੇ ਚਲਾ, ਹੱਥ ਖਾਲੀ ਕਫਨ ਸੇ ਬਾਹਰ ਤਾ। ਆਪਣੇ ਵਜ਼ੀਰਾਂ ਅਮੀਰਾਂ ਨੂੰ ਕਹਿ ਦਿੱਤਾ, ਜਦੋਂ ਮੈਂ ਮਰ ਜਾਵਾਂ, ਮੇਰੇ ਇਸ ਸਰੀਰ ਦੇ ਹੱਥ ਅਤੇ ਪੈਰ ਕਫਨ ਤੋਂ ਬਾਹਰ ਕਰ ਦੇਣਾ, ਤਾਂ ਕਿ ਦੁਨੀਆ ਦੇ ਲੋਕਾਂ ਨੂੰ ਪਤਾ ਲੱਗ ਜਾਏ ਕਿ ਸਰਬ ਜਗਤ ਵਿਜਯੀ ਹੁੰਦਾ ਹੋਇਆ ਵੀ ਇਹ ਰਾਜਾ ਇੱਕ ਦਿਨ ਸੰਸਾਰ ਤੋਂ ਖਾਲੀ ਹੱਥ ਜਾ ਰਿਹਾ। ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ। ਬਿਪਤ ਪਾਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੈ। ਘਰ ਕੀ ਨਾਰ ਬਹੁਤ ਹਿਤ ਜਾਸਿਉ, ਸਦਾ ਰਹਿਤ ਸੰਗ ਲਾਗੀ। ਜਬ ਹੀ ਹੰਸ ਤਜੀ ਏਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਇਹ ਬਿਦ ਕੋ ਵਿਵਹਾਰ ਬਨਿਓ ਹੈ, ਜਾਸਿਉ ਨੇਹੁ ਲਗਾਇਓ। ਅੰਤ ਬਾਰ ਨਾਨਕ ਬਿਨ ਹਰ ਜੀ, ਕੋ ਕੰਮ ਨਾ ਆਇਓ। ਦੁਨੀਆ ਦੇ ਪਦਾਰਥ ਇੱਥੇ ਹੀ ਰਹਿ ਜਾਣੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਿਸ ਵਕਤ ਦੁਨੀ ਚੰਦ ਦੀ ਹਵੇਲੀ ਵਿੱਚ ਗਏ, ਸਾਥੀਆਂ ਨਾਲ ਗਏ, ਸਿੱਖ ਪਾਤਸ਼ਾਹ ਜੀ ਨਾਲ ਹੀ ਮੌਜੂਦ ਸਨ। ਜਿਸ ਵਕਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੁਨੀ ਚੰਦ ਦੀ ਹਵੇਲੀ ਵਿੱਚ ਗਏ ਤਾਂ ਕੀ ਡਿਠਾ, ਦੁਨੀ ਚੰਦ ਨੇ ਆਪਣੀ ਹਵੇਲੀ ਦੇ ਉੱਤੇ 7 ਝੰਡੇ ਲਾਏ ਸਨ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਪੁੱਛਿਆ ਵੀ ਭਾਈ, ਜਿਹੜੇ ਤੂੰ ਆਪਣੇ ਕੋਠੇ ਉੱਤੇ, ਆਪਣੇ ਮਕਾਨ ਉੱਤੇ ਜਿਹੜੇ ਤੂੰ ਉੱਚੇ ਉੱਚੇ ਝੰਡੇ ਲਾਏ ਹਨ, ਇਹਨਾਂ ਦਾ ਮਕਸਦ ਕੀ ਹੈ, ਇਹਨਾਂ ਦਾ ਕਾਰਨ ਕੀ ਹੈ? ਦੁਨੀ ਚੰਦ ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ, ਉਹ ਪਿੰਡ ਦੇ ਵਿੱਚ ਰਿਵਾਜ ਹੈ, ਜਿਹਦੇ ਕੋਲ 1 ਲੱਖ ਰੁਪਈਆ ਹੋਵੇ, ਉਹ ਆਪਣੀ ਹਵੇਲੀ ਉੱਤੇ, ਆਪਣੇ ਮਕਾਨ ਉੱਤੇ ਇੱਕ ਝੰਡਾ ਲਗਾ ਦਿੰਦਾ। ਜਿਹਦੇ ਕੋਲ 2 ਹੋਵੇ, ਉਹ 2 ਲਾ ਦਿੱਤਾ ਕਰਦਾ ਹੈ। ਸਾਥੀਆਂ ਨੇ ਦੱਸਿਆ, ਸੱਚੇ ਪਾਤਸ਼ਾਹ ਜੀ, ਉਹ ਦੁਨੀ ਚੰਦ ਦੇ ਕੋਲ 7 ਲੱਖ ਹੈ, ਇਸ ਲਈ ਇਸਨੇ ਆਪਣੇ ਹਵੇਲੀ ਉੱਤੇ 7 ਝੰਡੇ ਲਾਏ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਉਸ ਨੂੰ ਸਮਝਾਉਣ ਦੇ ਲਈ ਆਏ ਸਨ। ਦੁਨੀ ਚੰਦ ਨੂੰ ਕੋਲ ਬੁਲਾਇਆ। ਹਾਂਜੀ ਪਾਤਸ਼ਾਹ ਜੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਦੁਨੀ ਚੰਦਾ, ਇਉਂ ਕਰ, ਆ ਸੂਈ ਲੈ, ਇਹ ਸੂਈ ਤੈਥੋਂ ਅਗਲੀ ਦਰਗਾਹ ਦੇ ਵਿੱਚੋਂ ਅਸੀਂ ਪ੍ਰਾਪਤ ਕਰਾਂਗੇ। ਦੁਨੀ ਚੰਦ ਕਹਿਣ ਲੱਗਾ, ਸੱਚੇ ਪਾਤਸ਼ਾਹ ਠੀਕ ਹੈ,
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਦੁਨੀ ਚੰਦ ਨੂੰ ਸੂਈ ਦਿੱਤੀ। ਸੂਈ ਦੇ ਦੋ ਕੰਮ ਹੁੰਦੇ ਆ, ਇੱਕ ਤਾਂ ਸੂਈ ਜਿਹੜੀ ਹੈ ਸੁੱਤੇ ਨੂੰ ਜਗਾ ਦਿੰਦੀ ਹੈ, ਤੇ ਇੱਕ ਸੂਈ ਪਾਟਿਆਂ ਲੀੜਿਆਂ ਨੂੰ ਜੋੜ ਦਿੰਦੀ ਹੈ, ਭਾਵ ਸੀ ਦਿੰਦੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉਸ ਨੂੰ ਦੁਨੀ ਚੰਦ ਨੂੰ ਸੂਈ ਦੇ ਨਾਲ ਜਗਾਉਣ ਵੀ ਆਏ ਸਨ ਤੇ ਸੂਈ ਦੇ ਨਾਲ ਜੋੜਨ ਵੀ ਆਏ ਸਨ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਇਹ ਤੈਥੋਂ ਅਸੀਂ ਕੱਲ ਨੂੰ ਪ੍ਰਾਪਤ ਕਰਾਂਗੇ, ਅਗਲੇ ਪ੍ਰਲੋਕ ਦੇ ਵਿੱਚ ਤੈਥੋਂ ਇਹ ਸੂਈ ਪ੍ਰਾਪਤ ਕਰਾਂਗੇ, ਇਹ ਸੂਈ ਸੰਭਾਲ ਕੇ ਰੱਖੀ। ਦੁਨੀ ਚੰਦ ਕਰ ਗਿਆ, ਆਪਣੀ ਪਤਨੀ ਨੂੰ ਜਾ ਦੱਸਿਆ। ਪਤਨੀ ਕਹਿਣ ਲੱਗੀ, ਓਏ ਤੇਰੇ ਮਨ ਅੰਦਰ ਕਿਹੜੀ ਮੱਤ ਆ ਗਈ, ਤੈਨੂੰ ਇਸ ਗੱਲ ਦੀ ਸਮਝ ਹੀ ਨਹੀਂ ਪਈ। ਅਗਲੀ ਦਰਗਾਹ ਦੇ ਅੰਦਰ, ਅਗਲੀ ਦੁਨੀਆ ਅੰਦਰ ਆ ਸੂਈ ਤਾਂ ਕੀ ਦੁਨੀਆ ਦਾ ਪਦਾਰਥ ਉੱਥੇ ਨਾਲ ਜਾਂਦਾ ਹੀ ਨਹੀਂ। ਜੇ ਉੱਥੇ ਪਦਾਰਥ ਨਾਲ ਜਾਂਦਾ ਹੀ ਨਹੀਂ, ਫਿਰ ਇਹ ਸੂਈ ਤੂੰ ਕਿਵੇਂ ਲੈ ਕੇ ਜਾਏਗਾ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੂੰ ਦੇਏਗਾ? ਪਤਨੀ ਕਹਿਣ ਲੱਗੀ। ਦੁਨੀ ਚੰਦ ਕਹਿਣ ਲੱਗਾ ਵੀ ਗੱਲ ਤਾਂ ਤੇਰੀ ਠੀਕ ਹੈ। ਅਗਲੇ ਦਿਨ ਫਿਰ ਦਰਬਾਰ ਵਿੱਚ ਆਇਆ, ਸਿੱਖ ਸੰਗਤਾਂ ਬੈਠੀਆਂ ਸਨ। ਦੁਨੀ ਚੰਦ ਆਇਆ ਵੀ ਸੱਚੇ ਪਾਤਸ਼ਾਹ, ਮੈਨੂੰ ਇਸ ਗੱਲ ਦੀ ਸਮਝ ਪਈ, ਅਗਲੀ ਦਰਗਾਹ ਦੇ ਅੰਦਰ ਦੁਨੀਆ ਦੇ ਪਦਾਰਥ ਨਾਲ ਜਾਂਦਾ ਹੀ ਨਹੀਂ। ਸੱਚੇ ਪਾਤਸ਼ਾਹ ਜੀਓ, ਮੈਂ ਸੂਈ ਕਿਵੇਂ ਲੈ ਕੇ ਜਾਵਾਂਗਾ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਦੁਨੀ ਚੰਦਾ, ਜੇ ਅਗਲੀ ਦਰਗਾਹ ਵਿੱਚ ਤੂੰ ਇਹ ਸੂਈ ਨਹੀਂ ਲੈ ਕੇ ਜਾ ਸਕਦਾ, ਮਾਇਆ ਦੇ ਹੰਕਾਰ ਕਾਰਨ ਜਿਹੜੇ ਤੂੰ ਆਪਣੇ ਕੋਠੇ ਉੱਤੇ ਵੱਡੇ ਵੱਡੇ 7 ਝੰਡੇ ਲਾਏ ਹਨ, ਮਾਇਆ ਦੇ ਹੰਕਾਰ ਕਰਕੇ ਉਹ ਮਾਇਆ ਫਿਰ ਕਿਵੇਂ ਲੈ ਕੇ ਜਾਏਗਾ? ਮਾਇਆ ਤਾਂ ਇੱਥੇ ਰਹਿ ਜਾਣੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਦੀ ਤੱਕਣੀ ਤੱਕੀ, ਸਮਝ ਪੈ ਗਈ, ਗੁਰੂ ਘਰ ਦਾ ਸਿੱਖ ਬਣ ਗਿਆ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਵੇ ਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਰੱਬ ਨੂੰ ਭੁੱਲਣ ਕਰਕੇ ਹੀ ਸਰੀਰ ਉੱਤੇ ਅਨੇਕਾਂ ਦੁੱਖ ਹਨ। ਮਾਨਸਿਕ ਤਲ ਦੁੱਖਾਂ ਨਾਲ ਭਰਿਆ ਹੋਇਆ ਹੈ, ਜੀਵਨ ਦੁੱਖਾਂ ਦੇ ਨਾਲ ਭਰਿਆ ਹੋਇਆ ਹੈ।